ਦੁਨੀਆ ਭਰ ਵਿੱਚ ਵਸਦੇ ਸੰਗੀਤ ਪ੍ਰੇਮੀ ਅਤੇ ਸੰਗੀਤ ਦੇ ਵਿਦਿਆਰਥੀਆਂ ਨੂੰ ਬਲਵਿੰਦਰ ਸਿੰਘ ਢਾਲੀਵਾਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਜਿਸ ਵੇਲੇ ਗੰਗੂ ਦੇ ਘਰ ਵਿਖੇ ਰਾਤ ਨੂੰ ਮਾਤਾ ਜੀ ਆਪਣੇ ਪੋਤਰੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਵਿਸ਼ਰਾਮ ਕਰਦੇ ਨੇ, ਸੌਂ ਜਾਂਦੇ ਨੇ ਤੇ ਥੱਕੇ ਹੋਏ ਉਹਨਾਂ ਨੂੰ ਗੂੜੀ ਨੀਂਦ ਆ ਜਾਂਦੀ ਹੈ। ਪਰੰਤੂ ਗੰਗੂ ਵੀ ਨਾਲ ਥੱਕਿਆ ਹੋਇਆ ਹੈ। ਉਹਦੇ ਮਨ ਅੰਦਰ ਕੀ ਕੁਝ ਚੱਲ ਰਿਹਾ ਉਹ ਦੇਖ ਰਿਹਾ ਕਿ ਦਾਦੀ ਮਾਂ ਅਤੇ ਪੋਤਰੇ ਕਦੋਂ ਸੌਂਦੇ ਨੇ ਤੇ ਉਸ ਤੋਂ ਬਾਅਦ ਫਿਰ ਜੋ ਮੇਰੇ ਮਨ ਅੰਦਰਲਾ ਪਾਪ ਹੈ ਚੋਰੀ ਕਰਨ ਦਾ, ਧੋਖਾ ਦੇਣ ਦਾ, ਮੈਂ ਉਹਨੂੰ ਨੇਪਰੇ ਚੜਾਵਾਂ। ਕਵੀ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਆਖਦੇ ਨੇ ਕਿ ਜਿਹੜਾ ਮਾਤਾ ਜੀ ਕੋਲੇ ਗਹਿਣਿਆਂ ਦਾ ਡੱਬਾ ਸੀ, ਜਿਸ ਨੂੰ ਵੇਖ ਕੇ ਭੈੜੇ ਗੰਗੂ ਦਾ ਦਿਲ ਲਾਲਚ ਵਿੱਚ ਆ ਗਿਆ ਤੇ ਜਦੋਂ ਅੱਧੀ ਰਾਤ ਦਾ ਸਮਾਂ ਹੋਇਆ ਤਾਂ ਉਸ ਦੇ ਮਨ ਵਿੱਚ ਇਹ ਜਰਾ ਵੀ ਖੌਫ ਨਹੀਂ ਆਇਆ, ਡਰ ਨਹੀਂ ਆਇਆ ਕਿ ਮੈਂ ਆਪਣੇ ਮਾਲਕ ਦੀ ਮਾਤਾ ਦੇ ਨਾਲ ਇਹ ਧੋਖਾ ਕਰ ਰਿਹਾ ਹਾਂ। ਉਸਨੇ ਮੋਹਰਾਂ ਦੀ ਥੈਲੀ ਤੇ ਗਹਿਣਿਆਂ ਦਾ ਡੱਬਾ ਚੁਰਾ ਲਿਆ। 59ਵੇਂ ਬੰਦ ਅੰਦਰ ਮਿਰਜ਼ਾ ਸਾਹਿਬ ਇਸ ਘਟਨਾ ਨੂੰ ਇੰਜ ਬਿਆਨ ਕਰਦੇ ਹਨ। माता के साथ डिब्बा था जेवरात का, माता के साथ डिब्बा था जेवरात का, ललचा जिसे था देख के जी बद सिफात का, ललचा जिसे था देख के जी बद सिफात का। कहते हैं जब के वक्त हुआ आधी रात का, कहते हैं जब के वक्त हुआ आधी रात का, जी में किया ना खौफ कुछ आका की मात का, जी में किया ना खौफ कुछ आका की मात का। मोहरों का बदरा और वो डिब्बा उड़ा गया, मोहरों का बदरा और वो डिब्बा उड़ा गया, धोखे से ब्राह्मण वो खजाना चुरा गया, धोखे से ब्राह्मण वो खजाना चुरा गया। ਬੰਦ 60ਵਾਂ ਕਵੀ ਜੀ ਆਖਦੇ ਨੇ ਕਿ ਉਹ ਹਰਾਮੀ ਤੇ ਧੋਖੇਬਾਜ਼ ਗੰਗੂ ਜਿਹੜਾ ਕਿ ਮਹਾਰਾਜ ਦੇ ਟੁਕੜਿਆਂ ਤੇ ਪਾਲਣ ਵਾਲਾ, ਹਮੇਸ਼ਾ ਉਹ ਬੇਸ਼ਰਮ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਕੇ ਆਇਆ ਤੇ ਇਹ ਉਸਨੇ ਉਹਨਾਂ ਨੂੰ ਲੁੱਟਣ ਦਾ ਸਾਰਾ ਪ੍ਰਬੰਧ ਕੀਤਾ। ਘਰ ਲਿਜਾ ਕਰਕੇ ਫਿਰ ਉਹਨੇ ਆਪਣੇ ਮਾਲਕਾਂ ਨੂੰ ਲੁੱਟਿਆ ਹੈ। ਤੇ ਹਕੀਮ ਸਾਹਿਬ ਆਖਦੇ ਨੇ ਕਿ ਇਸ ਪ੍ਰਕਾਰ ਉਹ ਸਾਰੀ ਦੁਨੀਆ ਵਿੱਚ ਆਪਣੇ ਨਾਮ ਨੂੰ ਬਦਨਾਮ ਕਰ ਗਿਆ ਤੇ ਅਜਿਹਾ ਘਟੀਆ ਕੰਮ ਉਸਨੇ ਕੀਤਾ ਜਿਹੜਾ ਕਿ ਦੁਸ਼ਮਣ ਵੀ ਨਹੀਂ ਕਰਦਾ। ਇਸ ਤਰ੍ਹਾਂ ਦਾ ਘਟੀਆ ਵਿਹਾਰ ਉਸਨੇ ਕਰਿਆ ਤੇ ਉਹਦਾ ਖੇੜੀ ਪਿੰਡ ਜਿਹੜਾ ਕਿ ਫਿਰ ਬਾਅਦ ਵਿੱਚ ਸਹੇੜੀ ਬਣ ਗਿਆ। बंद 60वां बद जात बद सिफात वो गंगू निमक हराम, बद जात बद सिफात वो गंगू निमक हराम, टुकड़ों पे सतगुरु के जो पलता रहा मुदाम, टुकड़ों पे सतगुरु के जो पलता रहा मुदाम, घर लेके सहजादों को आया जो बद लगाम, घर लेके सहजादों को आया जो बद लगाम, था जर के लूटने को किया जह इंतजाम, था जर को लूटने को किया जह इंतजाम, दुनिया में अपने नाम को बदनाम कर गया, दुनिया में अपने नाम को बदनाम कर गया, दुश्मन भी जो ना करता वो जे काम कर गया, दुश्मन भी जो ना करता गंगू वो काम कर गया। ਬੰਦ 61ਵਾਂ ਗੱਲ ਕੀ ਕਹਿੰਦੇ ਕਿ ਜਦੋਂ ਸਵੇਰ ਹੋਈ ਤੇ ਗੁਰੂ ਮਾਤਾ ਜੀ ਜਦੋਂ ਜਾਗੇ ਤੇ ਉਹਨਾਂ ਨੇ ਵੇਖਿਆ ਕਿ ਵੀ ਜਿਹੜਾ ਖਜ਼ਾਨਾ ਸੀ, ਸਾਡਾ ਮਾਲ ਸਬਾਬ ਸੀ, ਉਹ ਗੁੰਮ ਹੈ, ਉਹਦਾ ਕੋਈ ਪਤਾ ਨਹੀਂ ਲੱਗ ਰਿਹਾ। ਉਹ ਫਿਰ ਗੰਗੂ ਨੂੰ ਕਹਿਣ ਲੱਗੇ ਕਿ ਹੇ ਗੰਗੂ, ਤੂੰ ਸਾਡਾ ਬੇਸਹਾਰਿਆਂ ਦਾ ਸਬਰ ਕਿਉਂ ਅਜਮਾਉਣ ਲੱਗਿਆ ਹੋਇਆ ਹੈ? ਤੂੰ ਕਿਉਂ ਸਾਡਾ ਸਬਰ ਅਜਮਾ ਰਿਹਾ ਹੈ? ਕਾਲੇ ਮੂੰਹ ਵਾਲਿਆ, ਸਾਡਾ ਸਾਰਾ ਧਨ ਤੂੰ ਕਿੱਥੇ ਚੁੱਕ ਕੇ ਲੈ ਗਿਆ? ਚੰਗਾ ਹੁੰਦਾ ਜੇ ਤੂੰ ਇਹ ਸਾਰਾ ਕੁਝ ਮੇਰੇ ਕੋਲੋਂ ਮੰਗ ਲੈਂਦਾ ਤੇ ਇਹ ਸਾਰਾ ਮਾਲ ਜਿਹੜਾ ਤੈਂ ਸਾਡਾ ਚੋਰੀ ਕੀਤਾ ਹੈ, ਗਹਿਣੇ ਗੱਟੇ ਤੇ ਮਾਇਆ, ਇਹ ਹੁਣ ਚੋਰੀ ਕੀਤਾ ਹੋਇਆ ਸਮਾਨ ਤੇਰੇ ਲਈ ਹਰਾਮ ਹੋ ਗਿਆ ਹੈ, ਕਿਉਂਕਿ ਤੂੰ ਖੁਦ ਨਮਕ ਹਰਾਮ ਹੋ ਗਿਆ ਹੈ। 61ਵੇਂ ਬੰਦ ਅੰਦਰ ਹਕੀਮ ਸਾਹਿਬ
ਇੰਜ ਕਥਨ ਕਰਦੇ ਹਨ। बंद 61वां। अल किसा जब सवेर को जागी गुरु की माँ। अल किसा जब सवेर को जागी गुरु की माँ। रखे हुए खजाने का पाया ना कुछ निशान। रखे हुए खजाने का पाया ना कुछ निशान। गंगू से बोली लेता है क्यों सब्र बेकसां। गंगू से बोली लेता है क्यों सब्र बेकसां। जर ले गया उठा के तू ऐ जिस्त रू कहाँ। जर ले गया उठा के तू ऐ जिस्त रू कहाँ। बेहतर था मांग लेता तू हमसे तमाम माल। बेहतर था मांग लेता तू हमसे तमाम माल। लेकिन हुआ चुराने से तुझ पर हराम माल। लेकिन हुआ चुराने से तुझ पर हराम माल। ਬੰਦ 62ਵਾਂ। ਗੰਗੂ ਤੂੰ ਜਿਸ ਘਰ ਦਾ ਗੁਲਾਮ ਸੀ ਉਸ ਘਰ ਦੇ ਨਾਲ ਤੈਂ ਧੋਖਾ ਕੀਤਾ, ਦਗਾ ਕੀਤਾ। ਤੂੰ ਇਹ ਆਪਣੇ ਘਰ ਵਿੱਚ ਬੁਲਾ ਕੇ ਸਾਨੂੰ ਇਹ ਕੀ ਕੰਮ ਕੀਤਾ ਹੈ। ਸਾਡੇ ਨਾਲ ਇਹ ਤੈਂ ਬੇਵਫਾਈ ਵਾਲਾ ਵਿਹਾਰ ਕੀਤਾ ਹੈ। ਜੇਕਰ ਤੈਨੂੰ ਪੈਸਾ ਤੇ ਸੋਨਾ ਚਾਹੀਦਾ ਸੀ ਤੂੰ ਸਾਨੂੰ ਸਪਸ਼ਟ ਦੱਸਦਾ ਕਿ ਮੈਨੂੰ ਇਹ ਚੀਜ਼ਾਂ ਚਾਹੀਦੀਆਂ ਹਨ। ਮੈਂ ਤੇ ਕਲਗੀਧਰ ਦੀ ਮਾਤਾ ਹਾਂ। ਮੇਰੇ ਕੋਲੋਂ ਤੇ ਜਿਸਨੇ ਵੀ ਜੋ ਵੀ ਮੰਗਿਆ ਮੈਂ ਹਮੇਸ਼ਾ ਉਸ ਨੂੰ ਉਹ ਕੁਝ ਦਿੱਤਾ ਹੈ। ਮੈਂ ਕਲਗੀਧਰ ਦੀ ਮਾਤਾ ਹਾਂ। ਮੈਨੂੰ ਤਾਂ ਤੇਰੇ ਵਾਂਗ ਕੋਈ ਲਾਲਚ ਨਹੀਂ, ਕੋਈ ਲੋਭ ਨਹੀਂ। ਹਕੀਮ ਸਾਹਿਬ ਇੰਜ ਕਥਨ ਕਰਦੇ ਹਨ। माता बोली जिस घर का तू गुलाम था उनसे दगा किया। गंगू जिस घर का तू गुलाम था उनसे दगा किया। लाकर के घर में काम जे क्या बेवफा किया। लाकर के घर में काम जे क्या बेवफा किया। जर के लिए सवाल ना क्यों बरमला किया। जर के लिए सवाल ना क्यों बरमला किया। हमसे तो जिसने भी जो भी मांगा सो अता किया। हमसे तो जिसने भी जो भी मांगा अता किया। माता हूँ कलगीधर की तुझे क्या खबर न थी। माता हूँ कलगीधर की तुझे क्या खबर न थी। तेरी तरह तो मुझको जरा हिर्स जर न थी। तेरी तरह तो मुझको जरा हिर्स जर न थी। 63ਵੇਂ ਬੰਦ ਅੰਦਰ ਮਾਤਾ ਜੀ ਆਖਦੇ ਨੇ ਕਿ ਹੇ ਗੰਗੂ, ਵਾਹਿਗੁਰੂ ਦੇ ਨਾਮ ਤੇ, ਵਾਹਿਗੁਰੂ ਦੇ ਨਾਮ ਤੇ ਮੇਰੇ ਕੋਲ ਕੁੱਲ ਜਿੰਨੀ ਵੀ ਜਾਇਦਾਦ ਮਾਲ ਧਨ ਹੈ ਮੈਂ ਉਹ ਸਾਰਾ ਕੁਝ ਲੁਟਾ ਸਕਦੀ ਹਾਂ ਤੇ ਲੋਕਾਂ ਦੇ ਫਾਇਦੇ ਵਾਸਤੇ ਮੈਂ ਆਪਣਾ ਘਰ ਵੀ ਵਾਰ ਸਕਦੀ ਹਾਂ ਤੇ ਮੈਂ ਆਪਣੇ ਪਤੀ ਦੀ ਪਹਿਲਾਂ ਕੁਰਬਾਨੀ ਦੇ ਚੁੱਕੀ ਹਾਂ ਤੇ ਜੇ ਕਿਤੇ ਅਕਾਲ ਪੁਰਖ ਰੱਬੀ ਖੁਸ਼ੀ ਇੰਜ ਪ੍ਰਾਪਤ ਹੁੰਦੀ ਹੋਵੇ ਮੈਂ ਆਪਣਾ ਲਖਤੇ ਜਿਗਰ, ਆਪਣਾ ਕੱਲਾ ਪੁੱਤਰ ਵੀ ਭੇਟਾ ਕਰ ਦੂੰ, ਵਾਰ ਦੂੰ ਉਸ ਨੂੰ ਸਿੱਖ ਕੌਮ ਤੋਂ, ਖਲਕਤ ਤੋਂ, ਲੋਕਾਂ ਤੋਂ। ਮੈਨੂੰ ਆਪਣਾ ਆਪ ਵਾਰ ਨਾ ਪਵੇ ਮੈਂ ਉਹ ਵੀ ਵਾਰ ਦੇਵਾਂਗੀ। ਤੇ ਹੁਣ ਜੇਕਰ ਤੂੰ ਆਪਣਾ ਕਸੂਰ ਮੰਨ ਲਵੇਂ, ਆਪਣੀ ਗਲਤੀ ਮੰਨੇ, ਹਲੇ ਵੀ ਮੈਂ ਤੈਨੂੰ ਬਖਸ਼ ਦਿਆਂਗੀ ਤੇ ਜਿਹੜਾ ਕੁਝ ਵੀ ਮੇਰੇ ਕੋਲ ਹੈ ਤੈਂ ਚੁਰਾਇਆ ਹੈ ਉਹ ਵੀ ਤੈਨੂੰ ਸਭ ਕੁਝ ਖੁਸ਼ੀ-ਖੁਸ਼ੀ ਭੇਟਾ ਕਰ ਦਿਆਂਗੀ। बंद 63वां। गंगू वाहिगुरु के नाम पे कुल मालो जर भी दूं। वाहिगुरु के नाम पे कुल मालो जर भी दूं। खलकत के फायदे को लुटा अपना घर भी दूं। खलकत के फायदे को लुटा अपना घर भी दूं। गर्दन पति की दे चुकी अपना सिर भी दूं। गर्दन पति की दे चुकी अपना सर भी दूं। खुशनुदिए अकाल को लखते जिगर भी दूं। खुशनुदिए अकाल को लखते जिगर भी दूं। करार कर ले अपनी खता का तू अगर अभी। करार कर ले अपनी खता का तू अगर अभी। हम बख्श देंगे शौक से सब मालो जर अभी। हम बख्श देंगे शौक से सब मालो जर अभी। ਅੱਗੇ ਬੰਦ 64ਵੇਂ ਅੰਦਰ ਕਵੀ ਜੀ ਆਖਦੇ ਨੇ ਕਿ ਮਾਤਾ ਜੀ ਦਾ ਉਪਦੇਸ਼, ਉਹਨਾਂ ਦੀਆਂ ਗੱਲਾਂ ਸੁਣ ਕਰਕੇ ਉਹ ਬੇਹਯਾ ਸ਼ਰਮਿੰਦਾ ਹੋਣ ਦੀ ਜਗ੍ਹਾ ਉੱਚੀ ਉੱਚੀ ਚਿਲਾਉਣ ਲੱਗ ਪਿਆ, ਰੌਲਾ ਪਾਉਣ ਲੱਗ ਪਿਆ। ਗੰਗੂ ਆਖਣ ਲੱਗਿਆ ਜ਼ੋਰ-ਜ਼ੋਰ ਦੀ ਕਿ ਵੀ ਦੇਖੋ ਕੀ ਗਜਬ ਹੋ ਗਿਆ ਹੈ। ਮੈਂ ਤੁਹਾਨੂੰ ਪਨਾਹ ਦਿੱਤੀ ਹੈ, ਉਹ ਪਨਾਹ ਦੇਣ ਦੀ ਤੁਸੀਂ ਮੈਨੂੰ ਇਹ ਸਜ਼ਾ ਦੇ ਰਹੇ ਹੋ। ਮੈਨੂੰ ਆਖ ਰਹੇ ਹੋ ਕਿ ਵੀ ਮੈਂ ਚੋਰ ਹਾਂ। ਤੁਸੀਂ ਤੇ ਖੁਦ ਮਾਤਾ ਜੀ ਨਵਾਬ ਦੇ ਕੋਲੋਂ
ਆਪਣੀ ਜਾਨ ਛਿਪਾ ਕਰਕੇ, ਆਪਣੇ ਆਪ ਨੂੰ ਬਚਾ ਕਰਕੇ ਲੁਕਦੇ ਫਿਰਦੇ ਹੋ, ਫਿਰ ਤੁਸੀਂ ਇਹ ਕਿਹੜੇ ਹਿਸਾਬ ਨਾਲ ਆਖ ਰਹੇ ਹੋ ਕਿ ਵੀ ਗੰਗੂ ਤੇ ਚੋਰ ਹੈ, ਗੰਗੂ ਚੋਰ ਹੈ? ਤੁਸੀਂ ਤੇ ਖੁਦ ਆਪਣੀ ਜਾਨ ਬਚਾ ਕੇ ਲੁਕ ਰਹੇ ਹੋ, ਬਚ ਰਹੇ ਹੋ ਨਵਾਬ ਤੋਂ। बंद 64वां। उपदेश माता गुजरी का सुनकर वो बेहया, उपदेश माता गुजरी का सुनकर वो बेहया, शर्मिंदा होने की जगह चिल्लाने लग गया, शर्मिंदा होने की जगह चिल्लाने लग गया। बकता था जोर जोर से देखो गजब है क्या, बकता था जोर जोर से देखो गजब है क्या। तुमको पनाह देने की क्या थी यही सजा, तुमको पनाह देने की क्या थी यही सजा। फिरते हो जान छिपाए हुए, फिरते हो जान छिपाए हुए खुद नवाब से, फिरते हो जान छिपाए हुए खुद नवाब से। कहते हैं मुझको चोर जे फिर किस हिसाब से, कहते हो मुझको चोर जे फिर किस हिसाब से। ਬੰਦ 65ਵਾਂ। ਇਸ ਪਿੱਛੋਂ ਗੰਗੂ ਫਿਰ ਗੁੱਸੇ ਵਿੱਚ ਨਮਕ ਹਰਾਮ ਕਵੀ ਜੀ ਆਖਦੇ ਨੇ ਕਿ ਆਪਣੇ ਘਰੋਂ ਤੁਰ ਜਾਂਦਾ ਹੈ। ਮਰਿੰਡਾ ਨਾਮੀ ਜਿਹੜਾ ਪਿੰਡ ਹੈ ਉੱਥੇ ਜਾ ਕਰਕੇ ਪੁੱਜ ਜਾਂਦਾ ਹੈ ਤੇ ਉੱਥੇ ਉਹਨੂੰ ਪਤਾ ਸੀ ਕਿ ਇੱਥੇ ਨਵਾਬ ਦੇ ਕੁਝ ਸੂਹੇ ਰਹਿੰਦੇ ਨੇ। ਉਹਨਾਂ ਦੇ ਕੋਲ ਜਾ ਕਰਕੇ ਉਹਨਾਂ ਵਿੱਚੋਂ ਇੱਕ ਦੇ ਨਾਲ ਉਹ ਬੇਹਿਆ ਇਸ ਪ੍ਰਕਾਰ ਗੱਲਬਾਤ ਕਰ ਰਿਹਾ ਹੈ ਕਿ ਤੁਸੀਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਬੱਚਿਆਂ ਨੂੰ, ਉਹਨਾਂ ਨੂੰ ਤੇ ਉਹਨਾਂ ਦੀ ਦਾਦੀ ਮਾਂ ਨੂੰ ਲੱਭ ਰਹੇ ਹੋ। ਉਹਨਾਂ ਦੇ ਛੋਟੇ ਸਾਹਿਬਜ਼ਾਦੇ ਮੇਰੇ ਘਰ ਵਿੱਚ ਟਿਕੇ ਹੋਏ ਹਨ, ਜਿਨ੍ਹਾਂ ਨੂੰ ਫੜਨ ਦੇ ਤੁਸੀਂ ਬੜੇ ਇੱਛੁਕ ਹੋ। ਆਓ ਮੈਂ ਤੁਹਾਨੂੰ ਫਿਰ ਉਹ ਫੜਾ ਸਕਦਾ ਹਾਂ, ਪਰੰਤੂ ਉਦੋਂ ਪਹਿਲਾਂ ਮੇਰੀ ਇੱਕ ਦੋ ਸ਼ਰਤ ਹੈ, ਉਹਨੂੰ ਸੁਣਨਾ ਕਰੋ। बंद 65वां। चुपचाप घर से चल दिया फिर वो निमक हराम, चुपचाप घर से चल दिया फिर वो निमक हराम। पहुंचा वो उस जगह पे मोरिंडा जिसका नाम, पहुंचा वो उस जगह पे मोरिंडा जिसका नाम। मुखबर वहां नवाब के रखते थे कुछ कयाम, मुखबर वहां नवाब के रखते थे कुछ कयाम। खुफिया कुछ उनसे करने लगा बदशेर कलाम, खुफिया कुछ उनसे करने लगा बदशेर कलाम। मतलब था जिसका घर मेरे सतगुर के लाल हैं, मतलब था जिसका घर मेरे सतगुर के लाल हैं। जिनको पकड़ने के सभी ख्वाहा कमाल हैं, जिनको पकड़ने के सभी ख्वाहा कमाल हैं। ਬੰਦ 66 ਅੰਦਰ ਗੰਗੂ ਆਖਦਾ ਹੈ ਕਿ ਜਿਨ੍ਹਾਂ ਨੂੰ ਤੁਸੀਂ ਫੜਨ ਦੇ ਇੱਛੁਕ ਹੋ, ਸਾਹਿਬਜ਼ਾਦੇ ਮੇਰੇ ਘਰ ਹਨ। ਜੇ ਤੁਸੀਂ ਮੈਨੂੰ ਪਹਾੜੀ ਰਾਜਿਆਂ ਤੋਂ ਅਤੇ ਸੂਬਾ ਸਰਹੰਦ ਦੇ ਨਵਾਬ ਕੋਲੋਂ ਮੈਨੂੰ ਇਨਾਮ ਦਿਵਾਵੋ ਤੇ ਮੈਂ ਬਿਲਾ ਸ਼ੱਕ ਆਪਣੇ ਮਾਲਕ ਦੀ ਮਾਂ ਤੇ ਆਪਣੇ ਮਾਲਕ ਦੇ ਬੇਟਿਆਂ ਨੂੰ ਗ੍ਰਿਫਤਾਰ ਕਰਾ ਦੇਵਾਂਗਾ। ਤੁਸੀਂ ਇਨਾਮ ਪਾ ਕੇ ਅਤੀ ਅੰਤ ਖੁਸ਼ ਹੋ ਜਾਣਾ ਤੇ ਮੈਨੂੰ ਸ਼ਾਹੀ ਖਿਲਤ ਦਿਵਾ ਕੇ ਮੈਨੂੰ ਫਿਰ ਸਫਲ ਬਣਾ ਦਿਓ। ਗੱਲ ਕੀ ਉਹ ਸੂਈਆਂ ਨੂੰ ਨਾਲ ਲੈ ਕੇ ਘਰ ਪੁੱਜ ਗਿਆ ਤਾਂ ਜੋ ਉਹ ਮਨਹੂਸ ਗੰਗੂ ਛੋਟੇ ਸਾਹਿਬਜ਼ਾਦਿਆਂ ਨੂੰ ਗਿਰਫਤਾਰ ਕਰਵਾ ਸਕੇ। राजों से और नवाब से दिलवाओ अगर इनाम, राजों से और नवाब से दिलवाओ अगर इनाम। आका की माँ के बेटों को पकड़ाऊं ला कलाम, आका की माँ के बेटों को पकड़ाऊं ला कलाम। पाके सिला बजीद से तुम भी हो शाद काम, पाके सिला बजीद से तुम भी हो शाद काम। मुझको भी खिल्लतों से करो फायजुल मराम, मुझको भी खिल्लतों से करो फायजुल मराम। अलकिसा लेके साथ वो जासूस आ गया, अलकिसा लेके साथ वो जासूस आ गया। पकड़ाने शहजादों को मनहूस आ गया, पकड़ाने शहजादों को मनहूस आ गया। ਬੰਦ 67ਵਾਂ। ਸੂਈਆਂ ਨੇ ਆ ਕਰਕੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਫਿਰ ਬੇਸਹਾਰਾ ਕਰ ਦਿੱਤਾ। ਦੋ ਸ਼ਾਹੀ ਮੋਤੀਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਕਰਕੇ ਆਪਣੇ ਨਾਲ ਸਰਹੰਦ ਜਾਣ ਲਈ ਅੱਗੇ ਲਾ ਲਿਆ ਤੇ ਉਹਨਾਂ ਨੂੰ ਲੈ ਕੇ ਜਾਣ ਲਈ ਸਾਹਿਬਜ਼ਾਦੇ ਜਿਹੜੇ ਕਦੇ ਪਾਲਕੀ ਵਿੱਚ ਤੇ ਕਦੇ ਰਥਾਂ ਵਿੱਚ, ਕਦੇ ਘੋੜਿਆਂ ਤੇ ਬਾਹਰ ਨਿਕਲਦੇ ਸਨ, ਕਦੇ ਊਂਠਾਂ ਦੀ ਕਾਠੀ ਉੱਤੇ ਬੈਠ ਕਰਕੇ, ਅੰਬਾਰੀ ਤੇ ਬੈਠ ਕਰਕੇ ਜਾਂਦੇ ਸਨ, ਉਹਨਾਂ ਨੂੰ ਉਸ ਗੰਗੂ ਨੇ ਅਤੇ ਸੂਈਆਂ ਨੇ ਤੇ ਬਲਦਾਂ ਦੀ ਜੋੜੀ ਨਾਲ ਟੁਰਨ ਵਾਲੇ ਗੱਡੇ ਦੇ ਉੱਤੇ ਬਿਠਾ ਕਰਕੇ सरहंद वाल नूं तुर पए ने। बंद 67वां। बच्चे उन्होंने आके गिरफ्तार कर लिए, बच्चे उन्होंने आके गिरफ्तार कर लिए।
काबू बा जबर बेकसों बेजार कर लिए, काबू बा जबर बेकसों बेजार कर लिए, कब्जे में अपने दो दौरे शहबार कर लिए, कब्जे में अपने दो दौरे शहबार कर लिए, सरहंद साथ चलने को तैयार कर लिए, सरहंद साथ चलने को तैयार कर लिए, पीनस थी ना पालकी थी ना वो अंबारी थी, पीनस थी ना पालकी थी ना वो अंबारी थी, बदबख्त लाए बैल की गाड़ी सवारी थी, बदबख्त लाए बैल की गाड़ी सवारी थी। ਸਰਹੰਦ ਜਾ ਕਰਕੇ ਹਜ਼ਾਰਾਂ ਮੁਸੀਬਤਾਂ ਤੇ ਬੇਚੈਨੀ ਸਹਿੰਦੇ ਹੋਏ ਜਦੋਂ ਉਹ ਸਰਹੰਦ ਪੁੱਜੇ ਤਾਂ ਨਵਾਬ ਨਾਲ ਗੁੱਸੇ ਭਰੀ ਗੱਲ ਹੋਈ। ਤਾਂ ਮੰਦੇ ਭਾਗਾਂ ਨਾਲ ਨਵਾਬ ਦੇਖਦੇ ਸਾਰ ਹੀ ਗੁੱਸੇ ਵਿੱਚ ਆ ਗਿਆ ਤੇ ਆ ਕਰਕੇ ਬੋਲਿਆ ਕਿ ਹਾਲੇ ਇਹਨਾਂ ਬੱਚਿਆਂ ਨੂੰ ਤੇ ਇਹ ਬੁੱਢੀ ਮਾਤਾ ਨੂੰ ਕੈਦ ਵਿੱਚ ਰੱਖੋ। ਤੇ ਉਹ ਜਿਸ ਮਕਾਨ ਉੱਤੇ ਇੱਕ ਗੁੰਬਦ ਬਣਿਆ ਹੋਇਆ ਸੀ ਜਿਹਨੂੰ ਠੰਡਾ ਬੁਰਜ ਆਖਿਆ ਜਾਂਦਾ ਹੈ, ਉਹਦੇ ਵਿੱਚ ਉਹਨਾਂ ਨੂੰ ਕੈਦ ਕਰ ਦਿੱਤਾ ਗਿਆ। ਤੇ ਇਸ ਬੁਰਜ ਵਿੱਚ ਕੋਈ ਨਾ ਕੋਈ 2-4 ਹਮੇਸ਼ਾ ਹੀ ਜਿਹੜੇ ਕੈਦੀ ਹੁੰਦੇ ਸਨ ਸ਼ਾਹੀ, ਉਹਨਾਂ ਨੂੰ ਉਹ ਕੈਦ ਵਿੱਚ ਰੱਖਦਾ ਸੀ। 68ਵੇਂ ਬੰਦ ਅੰਦਰ ਹਕੀਮ ਸਾਹਿਬ ਬਿਆਨ ਕਰਦੇ ਨੇ, सरहंद जाके पहुंचे हजार इज़्तराब से, सरहंद जाके पहुंचे हजार इज़्तराब से, 2-4 हाय जब हुए जालम नवाब से, 2-4 हाय जब हुए जालम नवाब से, कम वक्त देखते ही जे बोला इताब से, कम वक्त देखते ही जे बोला इताब से, फिलहाल इनको कैद में रखो अजाब से, फिलहाल इनको कैद में रखो अजाब से, गुंबद था जिस मकाम में मुक़य्यद हजूर थे, गुंबद था जिस मकाम में मुक़य्यद हजूर थे, 2 चांद एक बुर्ज में रखते जहूर थे, 2 चांद एक बुर्ज में रखते जहूर थे। ਬੰਦ 69ਵਾਂ ਜਦੋਂ ਕੈਦ ਵਿੱਚ ਤੀਜਾ ਦਿਨ ਹੋ ਗਿਆ ਤੇ ਪਿਆਸ ਤਰੇ ਗੁਲਾਬ ਨੂੰ ਹੋਰ ਪਿਆਸਾ ਕਰ ਚੁੱਕੀ ਸੀ। ਰੋਟੀ ਤੋਂ ਬਿਨਾ ਜਿਹੜਾ ਜਿਉਣਾ ਹੈ ਉਹ ਹਰਾਮ ਹੋ ਰਿਹਾ ਸੀ। ਤਾਂ ਇੱਕ ਦਿਨ ਸੁੱਚਾ ਨੰਦ ਨੇ ਨਵਾਬ ਨੂੰ ਆਖਿਆ ਕਿ ਕਲਗੀਧਰ ਦੇ ਪੁੱਤਰਾਂ ਨੂੰ ਸੱਦ ਕੇ ਬਦਲਾ ਲਵੋ, ਐਵੇਂ ਉਹਨਾਂ ਨੂੰ ਮਾਸੂਮ ਜਿਹੇ ਸਮਝ ਕੇ ਉਹਨਾਂ ਤੇ ਰਹਿਮ ਨਾ ਕਰੀ ਜਾਵੋ, ਉਹ ਦੁਸ਼ਮਣ ਦੇ ਬੱਚੇ ਨੇ। 69ਵੇਂ ਬੰਦ ਅੰਦਰ ਸੁੱਚਾ ਨੰਦ ਵੱਲੋਂ ਬੋਲੇ ਹੋਏ ਬੋਲਾਂ ਨੂੰ कवि जी इंज बयान कर रहे ने, कैदे बला में तीसरा दिन था जनाब को, कैदे बला में तीसरा दिन था जनाब को, बेआब कर चुकी थी अतश हर गुलाब को, बेआब कर चुकी थी अतश हर गुलाब को, तरसे हुए थे रिज़्क़ को जी और ख्वाब को, तरसे हुए थे रिज़्क़ को जी और ख्वाब को, इस रोज सच्चा नंद जिह बोला नवाब को, इस रोज सुच्चा नंद जिह बोला नवाब को, मंगवा के कलगीधर के पिसर इंतकाम लो, मंगवा के कलगीधर के पिसर इंतकाम लो, मासूम उन्हें समझ के दया से ना काम लो, मासूम उन्हें समझ के दया से ना काम लो। ਸੁੱਚਾ ਨੰਦ ਦੇ ਬੋਲ ਸੁਣ ਕਰਕੇ ਨਵਾਬ ਸੁੱਚਾ ਨੰਦ ਨੂੰ ਆਖਣ ਲੱਗਿਆ ਕਿ ਹੁਣੇ ਹੀ ਜਲਦੀ ਤੋਂ ਜਲਦੀ ਸਾਹਿਬਜ਼ਾਦਿਆਂ ਨੂੰ ਉਹਨਾਂ ਦੀ ਦਾਦੀ ਨੂੰ ਲੈ ਕਰਕੇ ਆਓ, ਮੇਰੇ ਅੱਗੇ ਪੇਸ਼ ਕਰੋ। ਸਤਿਗੁਰ ਦੇ ਤੀਰਾਂ ਦੇ ਚੋਬ ਦੇ ਨਾਲ ਮੇਰਾ ਜਿਹੜਾ ਜਿਗਰ ਹੈ ਉਹ ਕਬਾਬ ਬਣ ਚੁੱਕਿਆ ਹੈ, ਭੁੰਨਿਆ ਪਿਆ ਹੈ ਮੇਰਾ ਜਿਗਰ। ਗੁਰੂ ਗੋਬਿੰਦ ਸਿੰਘ ਨੇ ਮੇਰਾ ਇਲਾਕੇ ਵਿੱਚ ਜਿੰਨਾ ਵੀ ਰੋਬ ਦਾਬ ਸੀ ਪਹਾੜੀ ਰਾਜਿਆਂ ਤੇ ਉਹ ਸਾਰਾ ਖਤਮ ਕਰ ਦਿੱਤਾ ਹੈ। ਤੇ ਪਹਾੜੀ ਰਾਜਿਆਂ ਦੇ ਨਾਲ ਨਾਲ ਮੇਰੀ ਵੀ ਹੁਣ ਮਿੱਟੀ ਪਲੀਤ ਹੋਈ ਹੈ, ਮੇਰੀ ਵੀ ਮਿੱਟੀ ਖਰਾਬ ਹੋਈ ਹੈ। ਮੈਂ ਆਪਣੇ ਦੁਸ਼ਮਣ ਦੇ ਬੱਚਿਆਂ ਨੂੰ ਜ਼ਰੂਰ ਕਤਲ ਕਰੂੰਗਾ, ਉਹਨਾਂ ਨੂੰ ਮੈਂ ਕਤਲ ਕਰਕੇ ਹੀ ਹਟੂੰਗਾ। ਅੱਜ ਮੈਂ ਤੇਰੇ ਕਹਿਣੇ ਉੱਤੇ ਜ਼ਰੂਰ ਅਮਲ ਕਰੂੰਗਾ, ਤੂੰ ਜਿਵੇਂ ਵੀ ਸੁੱਚਾ ਨੰਦ ਆਖੇਗਾ ਮੈਂ ਉਵੇਂ ਜਿਵੇਂ ਹੀ ਕਰਾਂਗਾ। 70ਵੇਂ ਬੰਦ ਅੰਦਰ ਕਵੀ ਮਿਰਜ਼ਾ ਹਕੀਮ ਅਲਾਜ਼ਾਰ ਖਾਨ ਜੋਗੀ ਜੀ ਇੰਜ ਕਥਨ ਕਰਦੇ ਹਨ। बंद 70वां बोला वो सुच्चा नंद से ले आओ उन्हें शिताब, बोला वो सुच्चा नंद से ले आओ उन्हें शिताब, चरकों से सतगुरु के जिगर है मेरा कबाब, चरकों से सतगुरु के जिगर है मेरा कबाब, गोविंद ने गंवा दिया सब मेरा रोब दाब, गोविंद ने गंवा दिया सब मेरा रोब दाब, राजों के साथ मेरी भी मिट्टी हुई खराब, राजों के साथ मेरी भी मिट्टी हुई खराब, दुश्मन के बच्चे कत्ल करूंगा जरूर मैं, दुश्मन के बच्चे
कत्ल करूंगा जरूर मैं, कहने पे तेरे आज चलूंगा जरूर मैं। हे सच्चानंद, कहने पे तेरे आज चलूंगा जरूर मैं। ਸ੍ਰੀ ਬੋਧਰਾਜ ਅਰੋੜਾ ਮਿਊਜ਼ਿਕ ਅਕੈਡਮੀ ਵੱਲੋਂ ਇਹ ਪੇਸ਼ਕਸ਼ ਹੈ, ਜਿਹਦੇ ਨਾਲ ਗੀਤ ਸੰਗੀਤ ਦੇ ਵਿਦਿਆਰਥੀ ਉਹਨਾਂ ਨੂੰ ਆਪਣੀ ਜਿਹੜੀ ਸਿਰਜਣਾ ਹੈ ਉਹ ਕਰਨ ਦਾ ਵੱਲ ਢੰਗ ਤਰੀਕਾ ਵਧੀਆ ਆਵੇ, ਉਹ ਵਧੀਆ ਦ੍ਰਿਸ਼ ਬਣਾ ਸਕਣ ਕਹਾਣੀ, ਫਿਰ ਉਹ ਕਹਾਣੀ ਦੇ ਉੱਤੇ ਆਧਾਰਿਤ ਆਪਣੀ ਕਵਿਤਾ ਨੂੰ, ਗੀਤਾਂ ਨੂੰ, ਛੰਦਾਂ ਨੂੰ ਰਚ ਸਕਣ। ਉਹਦੇ ਲਈ ਜ਼ਰੂਰੀ ਹੈ ਕਿ ਉਹ ਇਸ ਕਵਿਤਾ ਦੇ ਸਿਖਰ ਨੂੰ ਜ਼ਰੂਰ ਪੜ੍ਹਨ, ਸੁਣਨ, ਵਿਚਾਰਨ ਤੇ ਇਹਦੇ ਨਾਲ ਉਹਨਾਂ ਦੀ ਗੀਤਕਾਰੀ ਵਿੱਚ, ਪੇਸ਼ਕਾਰੀ ਵਿੱਚ ਹੋਰ ਸੁੰਦਰ ਰੰਗ ਭਰੇ ਜਾਣਗੇ। ਦੁਨੀਆ ਭਰ ਵਿੱਚ ਵਸਦੇ ਸੰਗੀਤ ਪ੍ਰੇਮੀਆਂ ਨੂੰ ਬਲਵਿੰਦਰ ਸਿੰਘ ਢਾਲੀਵਾਲ ਵੱਲੋਂ ਅਤੇ ਸ੍ਰੀ ਬੋਧਰਾਜ ਅਰੋੜਾ ਮਿਊਜ਼ਿਕ ਅਕੈਡਮੀ ਵੱਲੋਂ ਤੇ ਕੁਤਬਾ ਮਿਊਜ਼ਿਕ ਚੈਨਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਜਿਉਂਦੇ ਵਸਦੇ ਰਹੋ।